ਅਸੀਂ ਨਹੀਂ ਚਾਹੁੰਦੇ ਵੀ ਅਸੀਂ ਕਿਸੇ ਕੰਮ 'ਚ ਵਿਘਨ ਪਾਈਏ, ਪਰ ਸਾਨੂੰ ਸਾਡਾ ਬਣਦਾ ਹੱਕ, ਸਾਡਾ ਰਸਤਾ ਸਾਨੂੰ ਮਿਲਣਾ ਚਾਹੀਦਾ। ਪਿੰਡ ਦੀ ਪੰਚਾਇਤ ਮੈਂਬਰਾਂ ਵੱਲੋਂ ਪਹਿਲੇ 13 ਮਈ ਨੂੰ ਡਿਪਟੀ ਕਮਿਸ਼ਨਰ ਮੋਹਾਲੀ ਨੂੰ, CM ਨੂੰ ਤੇ ਮੈਂਬਰ ਪਾਰਲੀਮੈਂਟ ਨੂੰ ਐਪਲੀਕੇਸ਼ਨ ਭੇਜੀ ਗਈ ਸੀ, ਕੋਈ ਕਾਰਵਾਈ ਨਹੀਂ ਹੋਈ। 100 ਮੀਟਰ ਜਾਣ ਨਾਲੋਂ ਬੰਦਾ ਕਹਿੰਦਾ ਮੈਂ ਸ਼ਾਰਟਕਟ ਮਾਰ ਲਾਂ, ਸ਼ਾਰਟਕਟ ਜਾਊਗਾ ਤਾਂ ਉੱਥੇ ਚਲਾਨ ਹੋਣਗੇ, ਐਕਸੀਡੈਂਟ ਹੋਣਗੇ, ਤਾਂ ਇੱਥੇ ਬਹੁਤ ਜ਼ਿਆਦਾ ਨੁਕਸਾਨ ਹੋਊਗਾ। ਮੈਂ ਕਹਿੰਦਾ ਜਦੋਂ ਪਲੈਨਿੰਗ ਬਣਾਈ ਸੀ ਅਫਸਰਾਂ ਨੇ, ਜਿਹੜੇ ਪੜ੍ਹੇ ਲਿਖੇ ਅਫਸਰ ਹੈ, ਸਾਡੇ ਦੇਸ਼ ਦਾ ਪੈਸਾ ਬਰਬਾਦ ਕਿਉਂ ਕਰਦੇ ਆ? ਪਿੰਡ 'ਚ ਕੋਈ ਪਾਰਟੀ ਨਹੀਂ ਵੜਨ ਦੇਣੀ ਹੈਗੀ। ਜੇ ਕਾਸ਼ ਮੇਰੇ ਕੋਲ ਪੈਸੇ ਹੁੰਦੇ, ਜੋ ਚਾਹੇ ਮੈਂ ਕਰਦਾ, ਜਿੱਥੇ ਮਰਜ਼ੀ ਰਿਸ਼ਵਤ ਦਿੰਦਾ, ਕਾਨੂੰਨ ਤੋਂ ਮੈਂ ਨਾ ਡਰਤਾ। ਦ ਖਬਰਸਾਰ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਠਾਕੁਰ ਅਮਨਦੀਪ ਸਿੰਘ। ਅੱਜ ਅਸੀਂ ਪਹੁੰਚੇ ਹਾਂ ਪਿੰਡ ਦਾਊਂ, ਜਿੱਥੇ ਗੁਰਦੁਆਰਾ ਦਾਊਂ ਸਾਹਿਬ ਵੀ ਹੈ। ਤੇ ਕਹਿੰਦੇ ਨੇ ਆਮ ਤੌਰ ਤੇ ਜਦੋਂ ਉਸਾਰੀ ਹੋਵੇ ਤਾਂ ਲੋਕ ਖੁਸ਼ ਹੁੰਦੇ ਨੇ, ਪਰ ਪਿੰਡ ਦਾਊਂ ਦੇ ਲੋਕ ਨਾਰਾਜ਼ ਕਿਉਂ ਨੇ? ਗੱਲਬਾਤ ਕਰਾਂਗੇ। ਸਾਡੇ ਨਾਲ ਸਤਨਾਮ ਸਿੰਘ ਦਾਊਂ ਜੀ ਨੇ ਤੇ ਹੋਰ ਜਿਹੜੇ ਨੌਜਵਾਨ ਨੇ ਪਿੰਡ ਦੇ, ਉਹ ਵੀ ਮੌਜੂਦ ਨੇ। ਭਾਜੀ, ਕੰਮ ਚੱਲਿਆ ਹਾਈਵੇ ਦਾ ਜੀ, ਫਿਰ ਪਿੰਡ ਵਾਲਿਆਂ ਨੂੰ ਨਾਰਾਜ਼ਗੀ ਕਿਉਂ ਹੈ? ਜੀ ਦੇਖੋ, ਜਿਹੜਾ ਸਾਡਾ ਪਿੰਡ ਹੈ, ਇਕੱਲਾ ਦਾਊਂ ਪਿੰਡ ਨਹੀਂ, ਇਹਦੇ ਪਿੱਛੇ 25-30 ਪਿੰਡ ਹੈ ਤੇ ਕਲੋਨੀਆਂ ਹੈਗੀਆਂ, ਆਬਾਦੀ ਲੱਖਾਂ ਦੀ ਗਿਣਤੀ 'ਚ ਹੈ। ਤੇ ਹਰ ਐਤਵਾਰ ਇੱਥੇ ਮੇਲਾ ਭਰਦਾ ਵੱਡਾ, ਇੱਕ ਮਾਘੀ ਦਾ ਮੇਲਾ ਭਰਦਾ ਬਹੁਤ ਵੱਡਾ, ਜਿੱਥੇ ਲੱਖ ਦੇ ਕਰੀਬ ਪਬਲਿਕ ਹੁੰਦੀ ਹੈ। ਤੇ ਰੋਜ਼ਾਨਾ ਤੋਂ ਇਲਾਵਾ ਹਰ ਹਫ਼ਤੇ ਇੱਥੇ ਹਜ਼ਾਰਾਂ ਵਹੀਕਲ ਜਾਂਦੇ ਆ। ਹੁਣ ਜਿਸ ਰੋਡ ਤੇ ਆਪਾਂ ਖੜੇ ਆ, ਇਹ ਨਕਸ਼ਾ ਹੈ ਮੇਰੇ ਕੋਲ, ਇਹ ਇਸ ਪਾਸੇ ਖਰੜ ਹੈ ਤੇ ਇਸ ਪਾਸੇ ਚੰਡੀਗੜ੍ਹ ਹੈ। ਇਸ ਸਮੇਂ ਅਸੀਂ ਇੱਥੇ ਖੜੇ ਆ, ਇਹ TDI ਹਾਲ ਹੈ ਤੇ ਇਹ ਤੁਹਾਡੇ ਸਾਹਮਣੇ ਪਿੱਛੇ ਬ੍ਰਿਜ ਬਣਿਆ ਹੋਇਆ, ਇਹ ਦਾਊਂ ਪਿੰਡ ਦਾ ਪਹਿਲਾ ਰਸਤਾ ਹੈਗਾ ਤੇ ਇਹ ਦੂਜਾ ਰਸਤਾ ਹੈਗਾ। ਇਹਦੇ ਪਿੱਛੇ ਜਿਹੜੀ ਲੱਖਾਂ ਦੀ ਗਿਣਤੀ 'ਚ ਪਬਲਿਕ ਆ, ਉਹ ਇਸ ਰਸਤੇ ਤੇ ਨਿਕਲ ਗਈ ਜਾਂ ਇਸ ਰਸਤੇ ਤੇ ਨਿਕਲ ਗਈ। ਹੁਣ ਜੇ ਉਹਨਾਂ ਨੇ ਖਰੜ ਜਾਣਾ ਹੋਏ, ਖਰੜ ਜਾਣ ਲਈ ਇੱਥੇ ਕੋਈ ਰਸਤਾ ਨਹੀਂ ਛੱਡਿਆ ਗਿਆ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ, ਇਹ ਬਲੌਂਗੀ ਘੁੰਮ ਕੇ ਜਾਣਗੇ। ਹੁਣ ਇਹਦਾ ਨੁਕਸਾਨ ਇਹ ਹੈ, ਜਾਂ ਫਿਰ ਇੱਥੇ ਜਿੱਥੇ ਆਪਾਂ ਖੜੇ ਆ, ਇੱਥੋਂ 100 ਫੁੱਟ ਦੂਰ ਇੱਕ ਪ੍ਰਾਈਵੇਟ ਬਿਲਡਰ ਹੈ TDI, ਇਹਦੇ ਪਿੱਛੇ ਸਿਰਫ 100 ਹੀ ਘਰ ਹੈ, ਹੋਰ ਕੋਈ ਕਲੋਨੀ ਨਹੀਂ ਹੈ, ਕੋਈ ਪਿੰਡ ਨਹੀਂ ਹੈ, ਇਹਨੂੰ ਇਹ ਰਸਤਾ ਛੱਡ ਦਿੱਤਾ ਗਿਆ। ਹੁਣ ਜਿਹੜੇ ਲੱਖਾਂ ਲੋਕ ਇੱਥੋਂ ਨਿਕਲਣਗੇ ਇਸ ਰੋਡ ਤੇ, ਜੇ ਕਿਸੇ ਨੇ ਖਰੜ ਜਾਣਾ ਹੋਇਆ ਤਾਂ ਲੋਕ ਸਾਡੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕਰਦੇ, ਉਲਟ ਸਾਈਡ ਜਾਣਗੇ ਤੇ ਜਿਹੜੇ ਲੋਕ ਇੱਧਰੋਂ ਆਣਗੇ ਐਕਸੀਡੈਂਟ ਪੱਕਾ ਹੋਣਗੇ। ਜਾਂ ਫਿਰ ਇੱਧਰੋਂ 2 ਕਿਲੋਮੀਟਰ ਦਾ ਫਾਸਲਾ ਪਾ ਕੇ ਬਲੌਂਗੀ ਤੋਂ ਜਾਣਗੇ, ਉਹ ਲੋਕ ਨਹੀਂ ਬਰਦਾਸ਼ਤ ਕਰਨਗੇ। ਇਹ ਜਦੋਂ ਪਲੈਨਿੰਗ ਬਣਾਈ ਸੀ ਨੈਸ਼ਨਲ ਹਾਈਵੇ ਅਥਾਰਟੀ ਜਾਂ ਪ੍ਰਸ਼ਾਸਨ ਨੇ ਜਾਂ ਅਧਿਕਾਰੀਆਂ ਨੇ, ਕਿਸੇ ਨੇ ਇਸ ਗੱਲ ਦਾ ਧਿਆਨ ਨਹੀਂ ਦਿੱਤਾ। ਨਹੀਂ ਹੋ ਸਕਦਾ ਧਿਆਨ ਦਿੱਤਾ ਹੋਵੇ, ਲੇਕਿਨ ਇਹ ਪ੍ਰਾਈਵੇਟ ਜਿਹੜਾ ਬਿਲਡਰ ਹੈ, ਜਿਵੇਂ ਮੈਂ ਸ਼ੁਰੂਆਤ ਵੀ ਕੀਤੀ ਹੈ, ਜੇ ਸਾਡੇ ਕੋਲ ਪੈਸਾ ਹੁੰਦਾ, ਮੇਰੇ ਖਿਆਲ ਪਿੰਡ ਵਾਲੇ ਇਹੀ ਸੋਚ ਰਹੇ ਹੋਣੇ ਆ, ਸਾਡੀ ਵੀ ਸਿਫਾਰਿਸ਼ ਹੁੰਦੀ, ਸ਼ਾਇਦ ਸਾਡਾ ਰਸਤਾ ਨਿਕਲਿਆ ਹੁੰਦਾ। ਮੇਰੀ ਨੈਸ਼ਨਲ ਹਾਈਵੇ ਅਥਾਰਟੀ ਦੇ ਅਫਸਰਾਂ ਨਾਲ ਮੀਟਿੰਗ ਹੋਈ ਸੀ, ਮੈਂ ਮੀਡੀਆ 'ਚ ਬਕਾਇਦਾ ਇਹ ਕਿਹਾ ਕਿ ਇਸ ਪ੍ਰਾਈਵੇਟ ਬਿਲਡਰ ਨੇ ਮਿਲੀ ਭੁਗਤ ਕਰਕੇ ਰਸਤਾ ਆਪਣੇ ਬਣਾਇਆ। ਮੈਂ ਸਾਫ਼ ਰੋਪ ਲਾਇਆ ਤੇ ਮੈਨੂੰ ਨੈਸ਼ਨਲ ਹਾਈਵੇ ਅਥਾਰਟੀ ਵਾਲੇ ਕਹਿੰਦੇ ਤੁਸੀਂ ਦੱਸੋ ਕਿਵੇਂ ਸਾਡੇ ਤੇ ਰੋਪ ਲਾਤਾ। ਮੈਂ ਕਿਹਾ ਤੁਸੀਂ ਦੱਸੋ ਵੀਰੇ ਲੌਜਿਕ ਕੀ ਹੈ ਪਿੱਛੇ, ਉਹ ਲੌਜਿਕ ਮੈਨੂੰ ਨਹੀਂ ਦੇ ਪਾਏ। ਅੱਛਾ, ਉੱਥੇ ਪਰਲੇ ਪਾਸੇ ਜਿੱਥੇ ਇਹ ਬਿਲਡਰ ਹੈਗਾ ਹੈ, ਕਿੰਨੀ ਆਬਾਦੀ ਹੋਣੀ ਹੈ ਉੱਥੇ? ਤਕਰੀਬਨ ਸਿਰਫ ਇੱਕੋ ਸੜਕ ਹੈ, ਸੱਜੇ ਖੱਪੇ ਦੇ ਘਰ ਹੈ, ਮੈਨੂੰ ਲੱਗਦਾ ਵੀ 70-80 ਘਰ ਹੈ। ਉਸ ਤੋਂ ਬਾਅਦ ਫਿਰ ਇਹ ਕਲੋਨੀ ਨਿਕਲ ਕੇ ਇਹ 에ਅਰਪੋਰਟ ਰੋਡ ਨਿਕਲ ਜਾਂਦੀ ਹੈ। ਤੇ ਫਿਰ ਮੈਂ ਇਸ ਤੋਂ ਇਲਾਵਾ ਹੋਰ ਕੋਈ ਨਹੀਂ ਹੈ ਉੱਥੇ? ਉਸ ਤੋਂ ਇਲਾਵਾ ਕੋਈ ਨਹੀਂ ਇੱਥੇ, ਕਿ ਪਿੰਡ ਬੱਲੋ ਮਜਰਾ ਹੈਗਾ ਜਿਹਨੂੰ ਇਹ ਰਸਤਾ ਲੱਗਦਾ 에ਅਰਪੋਰਟ ਰੋਡ, ਹੋਰ ਕੋਈ ਪਬਲਿਕ ਇੱਧਰ ਨਹੀਂ ਜਾਂਦੀ। ਤੇ ਫਿਰ ਮੈਂ ਲੱਗਦਾ ਵੀ ਇਹ ਪ੍ਰਾਈਵੇਟ ਬਿਲਡਰ ਨੂੰ ਲਾਭ ਪਹੁੰਚਾਉਣ ਲਈ ਬਣਾਇਆ ਗਿਆ। ਮੈਂ ਤਾਂ ਇਹ ਰੋਪ ਲਾਏ ਤੇ ਮੇਰੇ ਆਰੋਪਾਂ ਦਾ ਖੰਡਨ ਨਹੀਂ ਕਰ ਸਕੇ ਨੈਸ਼ਨਲ ਹਾਈਵੇ ਅਥਾਰਟੀ ਵਾਲੇ। ਖੰਡਨ ਨਹੀਂ ਕਰ ਸਕੇ ਜੀ। ਚਲੋ, ਪਿੰਡ ਦੇ ਹੋਰ ਲੋਕ ਵੀ ਸਾਡੇ ਨਾਲ ਖੜੇ ਨੇ, ਗੱਲਬਾਤ ਕਰਾਂਗੇ। ਭਾਜੀ, ਜੇ ਅਸੀਂ ਸੜਕ ਦੀ ਗੱਲ ਕਰੀਏ, ਪਰਲੇ ਪਾਸੇ ਭਾਜੀ ਨੇ ਦੱਸਿਆ ਵੀ ਆਬਾਦੀ ਬਹੁਤ ਘੱਟ ਹੈਗੀ ਹੈ, ਇੱਥੇ ਕਿੰਨੇ ਕੁ ਪਿੰਡ ਵਸਦੇ ਨੇ ਜਾਂ ਕਿੰਨੀ ਕੁ ਆਬਾਦੀ ਇੱਥੇ ਹੈਗੀ ਹੈ? ਸਾਡੇ ਇੱਥੇ ਪਿੱਛੇ ਘੱਟੋ ਘੱਟ ਵੀ 15-20 ਪਿੰਡ ਹੈ। ਹੁਣ ਐ ਲਾ ਲਓ ਵੀ ਘੱਟੋ ਘੱਟ ਵੀ 70-80 ਹਜ਼ਾਰ ਇੱਕ ਪਿੰਡ ਦੀ ਆਬਾਦੀ ਨਾਰਮਲ ਹੁੰਦੀ, ਤੇ ਸਾਡੇ ਇੱਥੇ ਘੱਟੋ ਘੱਟ ਵੀ 10-12 ਲੱਖ ਦੇ ਕਰੀਬ ਆਬਾਦੀ ਹੋਏਗੀ ਪਿੱਛੇ ਪਿੰਡਾਂ ਦੀ। ਇਹ ਝਾਂਪੁਰ ਤੱਕ, ਬਲੋਲਪੁਰ, ਰੈਪੁਰ, ਇੱਧਰ ਨੂੰ ਪੂਰਾ ਜਿੱਧਰ ਮੁੱਲਾਂਪੁਰ ਤੱਕ ਦੀ ਸਾਰੀ ਰੋਡ ਇਹੀ ਅਟੈਚ ਕਰਦੀ, ਕਿਉਂਕਿ ਇਹ ਕੁਛ ਦਾਊਂ ਸਾਹਿਬ ਦੇ ਗੁਰਦੁਆਰੇ ਬਾਬਾ ਜੀ ਕਰਕੇ, ਇਤਿਹਾਸਿਕ ਪਿੰਡ ਕਰਕੇ ਮੇਨ ਇਹੀ ਰਸਤਾ ਚੱਲਦਾ ਸਾਰਾ ਪਿੱਛੇ ਤੱਕ। ਇੱਧਰ ਠਸਕਾ, ਮਨਾਣਾ, ਤੀੜ, ਬਹੁਤ ਸਾਰੇ ਪਿੰਡ ਹੈ। ਇਹ ਸਾਡੀ ਇਹੀ ਮੰਗ ਹੈ ਕਿ ਸਾਨੂੰ ਇੱਥੇ ਇੱਕ ਚਾਹੇ ਵੱਡਾ ਨਹੀਂ ਤਾਂ ਛੋਟਾ ਰਸਤਾ ਜ਼ਰੂਰ ਦਿੱਤਾ ਜਾਵੇ। ਅਸੀਂ ਤਾਂ ਦੋਨਾਂ ਦੀ ਕਰੀ ਸੀਗੀ, ਜਦੋਂ ਗਏ ਸੀ DC ਸਾਹਿਬ ਤੇ SDM ਸਾਹਿਬ ਦਾ, ਮੈਂ ਵੀ ਸਤਨਾਮ ਜੀ ਦੇ ਨਾਲੇ ਸੀ ਤੇ LNT ਵਾਲੇ ਨਾਲ ਤੇ NHA ਵਾਲੇ ਨਾਲ ਵੀ ਸਾਡੀ ਗੱਲ ਹੋਈ ਸੀ। ਪਹਿਲਾਂ ਤਾਂ ਉਹ ਕਰਦੇ ਸੀਗੇ, ਪਰ ਹੁਣ ਜਦੋਂ ਅਸੀਂ ਉਹਨਾਂ 'ਤੇ ਪ੍ਰੈਸ਼ਰ ਪਾਇਆ ਤੇ ਥੋੜ੍ਹਾ ਜਿਹਾ ਹੁਣ ਉਹਨਾਂ ਨੇ ਸੁਰ ਬਦਲੇ ਆ। ਪਰ ਫਿਲਹਾਲ ਕੰਮ ਦੀ ਕੋਈ ਸਪੀਡ ਨਹੀਂ ਕਰੂਗੀ ਵੀ। ਕੰਮ ਤੁਸੀਂ ਦੇਖ ਸਕਦੇ, ਪੂਰੀ ਜ਼ੋਰਾਂ ਨਾਲ ਇਹਨਾਂ ਨੇ ਰੱਖਿਆ ਹੋਇਆ। ਤੇ ਹੁਣ ਦੇਖਦੇ, ਅਸੀਂ ਸਾਡੇ ਵੱਲੋਂ ਮੰਤਰੀ ਸਾਹਿਬ ਕੋਲ ਵੀ ਗਏ ਸੀ, ਉਹਨਾਂ ਨੇ ਸਾਨੂੰ ਪੂਰਾ ਕਿਹਾ ਵੀ ਮਿਲ ਜਾਏਗਾ ਤੁਹਾਨੂੰ ਰਸਤਾ, ਪੱਕਾ ਮਿਲੇਗਾ। ਤੇ ਹੁਣ ਅਸੀਂ ਦੇਖਦੇ ਹਾਂ, ਸਾਡੇ ਕੋਲ ਹਫ਼ਤੇ 10 ਦਿਨ। ਬਿਲਕੁਲ, ਕੈਮਰਾ ਪਰਸਨ ਨੂੰ ਕਹਾਂਗਾ ਇੱਕ ਵਾਰ ਤਸਵੀਰਾਂ ਦਿਖਾਵੇ, ਜੋ ਇਹ ਮੇਨ ਹਾਈਵੇ ਜੋ ਬਣ ਰਿਹਾ ਜਾਂ ਫਲਾਈਓਵਰ ਬਣ ਰਿਹਾ, ਕੰਮ ਪੂਰਾ ਉਸਾਰੀ 'ਤੇ ਹੈ ਤੇ JCB ਜੋ ਮਸ਼ੀਨ ਹੈ ਉਹ ਵੀ ਆਪਣੇ ਪੂਰੇ ਜ਼ੋਰਾਂ 'ਤੇ ਕੰਮ ਚੱਲ ਰਿਹਾ ਹੈ ਪੂਰਾ। ਤੇ ਉਸ ਤੋਂ ਇਲਾਵਾ
ਜੋ ਲੋਕ ਨੇ ਇੱਥੇ ਟ੍ਰੈਫਿਕ ਮੈਂ ਵੀ ਦੇਖਿਆ ਬਹੁਤ ਜ਼ਿਆਦਾ, ਇੱਥੇ ਪਿੱਛੇ ਕੋਈ ਫੈਕਟਰੀ ਵਗੈਰਾ ਵੀ ਹੈਗੀ ਹੈ, ਟਰੱਕ ਬਹੁਤ ਜਾ ਰਹੇ ਨੇ ਇੱਥੇ। ਪਿੱਛੇ OCR ਫੈਕਟਰੀ ਹੈ, ਇੱਕ ਪਾਈਪਾਂ ਦੀ ਫੈਕਟਰੀ ਹੈ ਜੀ। ਜੀ, ਉਹਨੂੰ ਵੀ ਜਾ ਰਹੇ। ਸਭ ਤੋਂ ਬੜੇ ਜਿਹੜਾ ਕੰਮ ਮੇਨ ਹੈ, ਇਹ ਸਾਡਾ ਜੱਦੀ ਪਿੰਡ ਹੈ ਜੀ। 500 ਸਾਲ ਪਿੰਡ ਪੁਰਾਣਾ, ਜੀ। ਜੋ ਨਾਲ ਵੀ ਕਲੋਨੀਆਂ ਬਸ ਰਹੀਆਂ, ਜੀ। ਉਹ ਕਿੰਨੇ 10 ਸਾਲ 5 ਸਾਲ ਉਹਨਾਂ ਨੂੰ ਰਸਤਾ ਮਿਲ ਗਿਆ। ਸਾਡੇ ਜੱਦੀ ਪਿੰਡ ਹੋਣ ਦੇ ਨਾਲ ਸਾਡੇ ਜਿਹੜੇ ਪਿੰਡ ਨੇੜੇ ਦੇ ਪਿੰਡ ਹੈ, ਉਹਨਾਂ ਦੀ ਆਬਾਦੀ ਬਹੁਤ ਜ਼ਿਆਦਾ ਹੈ। ਚੰਡੀਗੜ੍ਹ ਸਰਵਿਸ ਕਰਨ ਜਾਂਦੇ, ਖਰੜ ਜਾਂਦੇ, ਹੋਰ ਸ਼ਹਿਰਾਂ ਨੂੰ ਜਾਂਦੇ, ਉਹਨਾਂ ਨੂੰ ਇਹ ਰਸਤਾ ਲੱਗਦਾ। ਇਹ ਰਸਤਾ ਲੱਗਣ ਕਾਰਨ ਉਹਨਾਂ ਨੂੰ ਇੱਥੇ ਹੀ ਬੱਸ ਸਟੈਂਡ ਲੱਗਦਾ ਹੈ, ਹੋਰ ਬੱਸ ਸਟੈਂਡ ਨਹੀਂ ਲੱਗਦਾ ਉਹਨਾਂ ਨੂੰ ਕੋਈ ਵੀ। ਇਹ ਮੇਨ ਬੱਸ ਸਟੈਂਡ ਲੱਗਦਾ ਦਾਊਂ ਦਾ ਬੱਸ ਸਟੈਂਡ ਹੋਣ ਕਰਕੇ ਜਿੰਨੀ ਵੀ ਪਬਲਿਕ ਇੱਥੇ ਆਉਂਦੀ ਹੈ। ਸਾਡੇ ਡੇਰਾ ਬਾਬਾ ਖੜਕ ਸਿੰਘ ਇੱਥੇ ਬਹੁਤ ਭਾਰੀ ਮੇਲਾ ਲੱਗਦਾ, ਜੋੜ ਮੇਲਾ ਲੱਗਦਾ। ਮਾਘੀ ਦੀ ਸੰਗਰਾਂਦ ਭਰਦੀ ਹੈ ਹਰ ਸੰਡੇ, ਲੱਖਾਂ ਦੀ ਤਾਦਾਦ 'ਚ ਸੰਗਤ ਆਉਂਦੀ ਹੈ। ਤੁਸੀਂ ਦੇਖੋ ਵੀ 1 ਮਿੰਟ ਦੇ ਵਿੱਚ 10 ਗੱਡੀਆਂ ਐਂਟਰ ਕਰ ਜਾਂਦੀਆਂ ਦਾਊਂ ਨੂੰ, 10 ਬਾਹਰ ਆ ਜਾਂਦੀਆਂ। ਜਦੋਂ ਇਹ ਰਸਤਾ ਜੋ ਆਊਟਸਾਈਡ ਸਾਨੂੰ ਦਿੱਤਾ ਗਿਆ, ਜਦੋਂ ਸਾਡੇ ਪਿੰਡ ਦੇ ਜੋ ਹੋਰ ਵੀ ਸਾਡੇ ਪਿੰਡਾਂ ਦੇ ਲੋਕ ਆਉਣਗੇ, ਆਊਟਸਾਈਡ ਜਾਣਗੇ ਕਿ ਉਹਨਾਂ ਨੂੰ ਖਰੜ ਸ਼ਹਿਰ ਸਾਨੂੰ ਸਭ ਤੋਂ ਪਹਿਲਾਂ ਲੱਗਦਾ। ਜੋ ਖਰੜ ਸ਼ਹਿਰ ਅਸੀਂ ਜਾਣਾ, ਅਸੀਂ ਬਲੌਂਗੀ ਤੋਂ ਬਾਈਪਾਸ ਹੋਊਗਾ, ਫਿਰ ਵਾਪਸ ਆਉਂਗੇ। ਸਾਨੂੰ ਇਹ ਡਿਮਾਂਡ ਹੈ ਵੀ ਸਾਨੂੰ ਇਹ ਜਿਹੜਾ ਰਸਤਾ ਹੈ ਸਾਡੇ ਪਿੰਡ ਨੂੰ ਜੋ ਬਣਦਾ ਉਹ ਦਿੱਤਾ ਜਾਵੇ। ਅਸੀਂ ਸਰਕਾਰੀ ਦਰਬਾਰੇ ਵੀ ਇਹਦੀ ਪਹੁੰਚ ਕੀਤੀ ਹੈ, ਮਿਲੇ ਹੈ, ਸਾਨੂੰ ਕਿਹਾ ਗਿਆ ਵੀ ਤੁਹਾਨੂੰ ਛੇਤੀ ਤੋਂ ਛੇਤੀ ਇਹ ਰਸਤਾ ਦਿੱਤਾ ਜਾਊਗਾ। ਪਰ ਅਸੀਂ ਜੋਗਲ ਤੱਕ ਸਾਨੂੰ ਇਹ ਕਿਤੇ ਦਿਖਾ ਨਹੀਂ ਦਿੰਦੇ ਵੀ ਤੁਹਾਨੂੰ ਇੱਥੇ ਰਸਤਾ ਦਿੱਤਾ, ਅਸੀਂ ਸ਼ਾਂਤ ਨਹੀਂ ਬੈਠੂਗੇ। ਅਸੀਂ ਜੋ ਪਿੰਡਾਂ ਦੇ ਸਾਡੇ ਲੋਕ ਹੈ, ਉਹ ਜਦ ਰਸਤਾ ਬਣ ਰਿਹਾ ਉਹ ਦੇਖ ਰਹੇ ਹੈ, ਉਹਨਾਂ ਦੇ ਵਿੱਚ ਰੋਸ਼ ਭਰਿਆ ਜਾ ਰਿਹਾ। ਉਹ ਦਿਨ ਪਰ ਦਿਨ ਹੋ ਨਾ ਸਕਾ ਵੀ ਮੈਂ ਕਹਿਣਾ ਚਾਹੁੰਦਾ ਵੀ ਪਿੰਡਾਂ ਦੇ ਰੋਸ ਦੇ ਮੁਤਾਬਕ ਕਦੀ ਪਿੰਡਾਂ ਦੇ ਲੋਕ ਉੱਠ ਕੇ ਆ ਕੇ ਰੋਡ ਤੇ ਬਹਿ ਜਾਵੇ, ਰੋਡ ਜਾਮ ਹੋਵੇ, ਸਰਕਾਰ ਨੂੰ ਇਹ ਬਿਪਤਾ ਖੜੀ ਹੋਵੇ। ਅਸੀਂ ਨਹੀਂ ਚਾਹੁੰਦੇ ਵੀ ਅਸੀਂ ਕਿਸੇ ਕੰਮ 'ਚ ਵਿਘਨ ਪਾਈਏ, ਪਰ ਸਾਨੂੰ ਸਾਡਾ ਬਣਦਾ ਹੱਕ, ਸਾਡਾ ਰਸਤਾ ਸਾਨੂੰ ਮਿਲਣਾ ਚਾਹੀਦਾ। ਤੁਹਾਡੇ ਮਾਧਿਅਮ ਰਾਹੀਂ ਅਸੀਂ ਇਹ ਸਰਕਾਰ ਨੂੰ ਪਹੁੰਚਾਉਣਾ ਚਾਹੁੰਦੇ ਆ, ਜੋ ਵੀ ਸਾਡਾ ਬਣਦਾ ਹੈ ਉਹ ਸਾਨੂੰ ਦਿੱਤਾ ਜਾਵੇ। ਭਾਜੀ ਆਪਸ਼ਨਸ ਤਾਂ ਹੈਗੀਆਂ ਨੇ ਨਾ, ਇਦਾਂ ਦਾ ਨਹੀਂ ਵੀ ਵਰਕਆਊਟ ਨਹੀਂ ਕੀਤਾ ਜਾ ਸਕਦਾ, ਕਿਉਂਕਿ ਜੇ ਮੁੱਲਾਂਪੁਰ ਦੀ ਗੱਲ ਕਰੀਏ, ਮੁੱਲਾਂਪੁਰ ਜਿਹੜਾ ਗਰੀਬਦਾਸ ਹੈਗਾ, ਉੱਥੇ ਵੀ ਰਸਤਾ ਇਦਾਂ ਹੀ ਕੱਢਿਆ ਗਿਆ ਹੈ, ਜਾਂ ਹੋਰ ਵੀ ਮੇਰੇ ਖਿਆਲ ਖਮਾਣੋਂ ਵੀ ਕੱਢਿਆ ਗਿਆ ਹੈ। ਦੇਖੋ ਜੀ, ਮੇਰੇ ਵੱਲੋਂ ਤੇ ਪਿੰਡ ਦੀ ਪੰਚਾਇਤ ਮੈਂਬਰਾਂ ਵੱਲੋਂ ਪਹਿਲੇ 13 ਮਈ ਨੂੰ ਡਿਪਟੀ ਕਮਿਸ਼ਨਰ ਮੋਹਾਲੀ ਨੂੰ, CM ਨੂੰ ਤੇ ਮੈਂਬਰ ਪਾਰਲੀਮੈਂਟ ਨੂੰ ਐਪਲੀਕੇਸ਼ਨ ਭੇਜੀ ਗਈ ਸੀ, ਕੋਈ ਕਾਰਵਾਈ ਨਹੀਂ ਹੋਈ। ਉਸ ਤੋਂ ਬਾਅਦ ਕੁਝ ਦਿਨ ਪਹਿਲੇ 23 ਤਰੀਕ ਦੀ ਗੱਲ ਹੈ, 23 ਜੂਨ ਨੂੰ ਫਿਰ ਮੇਰੇ ਵੱਲੋਂ ਐਪਲੀਕੇਸ਼ਨ ਦਿੱਤੀ ਗਈ ਹੈ ਨੈਸ਼ਨਲ ਹਾਈਵੇ ਅਥਾਰਟੀ ਨੂੰ, ਗਡਕਰੀ ਸਾਹਿਬ ਦੇ ਦਫ਼ਤਰ, ਪ੍ਰਧਾਨ ਮੰਤਰੀ ਦਫ਼ਤਰ, CM ਆਫਿਸ ਦੇ ਵਿੱਚ। ਤੇ ਉਸ ਤੋਂ ਬਾਅਦ ਫਿਰ ਜਿਹੜੀ ਕਮੇਟੀ ਬਣਾ ਲਈ ਸੀ ਡਿਪਟੀ ਕਮਿਸ਼ਨਰ ਮੋਹਾਲੀ ਨੇ, ਸਾਡੀ ਮੀਟਿੰਗ ਹੋਈ 2-3 ਵਾਰੀ, ਡਿਸਟ੍ਰਿਕਟ ਰੈਵਨਿਊ ਅਫਸਰ ਦੀ ਕਮੇਟੀ ਬਣਾ ਲਈ ਗਈ ਸੀ ਤੇ ਉਹਨਾਂ ਨੇ ਸਾਰੇ ਅਫਸਰ ਬੁਲਾਏ ਸੀ, ਨੈਸ਼ਨਲ ਹਾਈਵੇ ਅਥਾਰਟੀ ਵਾਲੇ ਤੇ ਇਸ ਕੰਪਨੀ ਦੇ ਠੇਕੇ ਜਿਹੜੇ LNT ਵਾਲੇ ਬੁਲਾਏ ਸੀ। ਤੇ ਅਫਸਰਾਂ ਨੇ ਪੋਜ਼ਿਟਿਵ ਰਿਸਪੌਂਸ ਦਿੱਤਾ ਹੀ ਬੁਲਾਵਾਂਗੇ, ਪਰ ਜਿਹੜੇ ਕੰਪਨੀ ਦੇ ਠੇਕੇਦਾਰ ਸੀ ਉਹ ਹਟ ਗਏ, ਕਹਿੰਦੇ ਨਹੀਂ ਜੀ ਬ੍ਰਿਜ ਕਮਜ਼ੋਰ ਹੋ ਜਾਏਗਾ, ਕਹਿੰਦੇ ਜੇ ਇਹਦੇ ਨੀਚੇ ਕਹਿੰਦੇ ਜੀ ਫੁੱਟਪਾਥ ਵੀ ਨਹੀਂ ਦੇ ਸਕਦੇ, ਤੁਸੀਂ ਰਸਤੇ ਦੀ ਗੱਲ ਕਰਦੇ ਆ। ਇਹ ਤਸਵੀਰਾਂ ਕਿਹੜੀਆਂ ਨੇ? ਇਹ ਤਸਵੀਰਾਂ ਫਿਰ ਅਸੀਂ ਖਮਾਣੋਂ ਦੀ ਦਿੱਤੀਆਂ, ਇਹ ਖਮਾਣੋਂ ਨੈਸ਼ਨਲ ਹਾਈਵੇ ਦੀ ਤਸਵੀਰਾਂ ਦਿੱਤੀਆਂ ਵੀ ਇਹ ਜਿਹੜਾ ਖਮਾਣੋਂ ਦੇ ਵਿੱਚ ਰਸਤਾ ਕਿਵੇਂ ਬਣਾਤਾ, ਇਹ ਤਾਂ ਕਮਜ਼ੋਰ ਨਹੀਂ ਹੋਇਆ, ਸਾਡਾ ਪਿੰਡ ਕਿਵੇਂ ਕਮਜ਼ੋਰ ਹੋ ਜਾਏਗਾ? ਪੁਲ ਕਮਜ਼ੋਰ ਹੁੰਦਾ ਜਾਂ ਨੀਅਤ ਕਮਜ਼ੋਰ ਹੋ ਗਈ? ਨਹੀਂ, ਨੀਅਤ ਹੀ ਕਮਜ਼ੋਰ ਹੈ। ਅਸਲ ਵਿੱਚ ਠੇਕੇਦਾਰ ਨੂੰ ਲੱਗਦਾ ਮੇਰਾ ਖਰਚਾ ਵੱਧ ਜਾਏਗਾ। ਮੈਂ ਕਹਿੰਦਾ ਜਦੋਂ ਪਲੈਨਿੰਗ ਬਣਾਈ ਸੀ ਅਫਸਰਾਂ ਨੇ, ਜਿਹੜੇ ਪੜ੍ਹੇ ਲਿਖੇ ਅਫਸਰ ਹੈ, ਸਾਡੇ ਦੇਸ਼ ਦਾ ਪੈਸਾ ਬਰਬਾਦ ਕਿਉਂ ਕਰਦੇ ਆ? ਉਦੋਂ ਪਲੈਨਿੰਗ ਤੁਸੀਂ ਕਿਉਂ ਭੁੱਲ ਗਏ, ਜਾਂ ਉਦੋਂ ਪਲੈਨਿੰਗ 'ਚ ਅੱਗੇ ਪਿੱਛੇ ਕਿਉਂ ਕਰਤਾ? ਹੁਣ ਸਾਡੇ ਲੱਖਾਂ ਰੁਪਏ ਜਿਹੜੇ ਬਰਬਾਦ ਹੋ ਰਹੇ ਪਬਲਿਕ ਦੇ ਫੰਡਾਂ ਦੇ ਵਿੱਚੋਂ, ਉਹ ਸਾਡੇ ਦੇਸ਼ ਦਾ ਵੀ ਨੁਕਸਾਨ ਹੈ, ਸਰਕਾਰ ਦਾ ਨੁਕਸਾਨ ਹੈਗਾ, ਉਦੋਂ ਤੁਸੀਂ ਕਿਉਂ ਨਹੀਂ ਸੋਚਿਆ? ਵੱਡਾ ਸਵਾਲ ਇਹ ਹੈ ਕਿ ਵੋਟ ਬੈਂਕ ਕਰਕੇ ਜੋ ਸਿਆਸਤਦਾਨ ਨੇ ਕੁਝ ਵੀ ਕਰਦੇ ਨੇ, ਪਰ ਇੱਥੇ ਵੋਟ ਬੈਂਕ ਬਹੁਤ ਜ਼ਿਆਦਾ ਹੈ, ਨੌਜਵਾਨ ਵੀ ਖੜੇ ਨੇ। ਭਾਜੀ ਕਹਿੰਦਾ ਯੂਥ ਪਾਵਰ ਬਹੁਤ ਹੈ, ਸਾਡਾ ਸਭ ਤੋਂ ਜ਼ਿਆਦਾ ਯੰਗ ਸਾਡਾ ਦੇਸ਼ ਹੈਗਾ ਹੈ, ਕਿ ਨੌਜਵਾਨਾਂ ਵੱਲੋਂ ਕੋਈ ਉਹ ਨਹੀਂ ਕੀਤੀ ਗਈ ਵੀ ਮੰਗ ਅਸੀਂ ਕਰੀਏ, ਮਿਲੀਏ, ਕਰੀਏ ਕੁਝ, ਕਿਉਂਕਿ ਬਹੁਤ ਵੱਡੀ ਗਿਣਤੀ ਵਿੱਚ ਲੋਕ ਇੱਥੇ ਰਹਿੰਦੇ ਨੇ। ਹਾਂਜੀ, ਜਿਵੇਂ ਕਿ ਤੁਹਾਨੂੰ ਦੱਸਿਆ ਹੀ ਹੈ, ਆਪਣੇ ਸਤਨਾਮ ਸਿੰਘ ਜੀ ਤੇ ਸਾਡੀ ਪੰਚਾਇਤ ਵੱਲੋਂ ਵੀ ਜਿਹੜੇ ਸਟੈਪ ਲਿੱਤੇ ਗਏ ਆ, ਤੇ ਨਾਲ ਸਾਡਾ ਜਿਹੜਾ ਯੂਥ ਕਲੱਬ ਬਣਿਆ ਹੋਇਆ ਸਰਦਾਰ ਕਰਤਾਰ ਸਿੰਘ ਸਰਾਭਾ ਲੋਕ ਭਲਾਈ ਕਲੱਬ, ਪਿੰਡ ਦਾ ਰਜਿਸਟਰਡ ਕਲੱਬ ਹੈ ਸਾਡਾ, ਉਹਦੇ ਵੱਲੋਂ ਵੀ ਜਿਹੜੀ ਬਣਦੀ ਕਾਰਵਾਈ ਅਸੀਂ ਇਹਨਾਂ ਦੇ ਨਾਲ ਪੂਰਾ ਮੁੰਡੇ ਦੇ ਨਾਲ ਮੁੰਡਾ ਲਾ ਕੇ ਖੜੇ ਹਾਂ। ਜੋ ਸਾਡੇ ਵੱਲੋਂ ਐਪਲੀਕੇਸ਼ਨਸ ਹੈ, ਜੋ ਇਹਨਾਂ ਦੇ ਨਾਲ ਜਾਣ ਦਾ, ਜਿੱਥੇ DC ਸਾਹਿਬ ਕੋਲ ਪੇਸ਼ ਹੋਏ, ਅਸੀਂ ਸਾਰੀ ਜਗ੍ਹਾ ਇਹਨਾਂ ਨਾਲ ਗਏ ਹਾਂ। ਆਪਾਂ ਨਾਲ ਹੁਣ ਵੀ ਇਹਨਾਂ ਦੇ ਨਾਲ ਖੜੇ ਹਾਂ, ਸਾਰੇ ਯੂਥ, ਸਾਰੇ ਪਿੰਡ ਦਾ ਯੂਥ, ਜਿਹੜੇ ਵੀ ਸਾਡੇ ਜਾਣਕਾਰ ਹੋਰ ਮੁੰਡੇ ਸਾਡੇ ਯੂਥ ਹੈਗੇ, ਸਾਰੇ ਅਸੀਂ ਇਹਨਾਂ ਦੇ ਨਾਲ ਹੈ। ਇੱਥੇ ਆਪਾਂ ਗਲਤ ਕੰਮ ਤੁਹਾਨੂੰ ਲੱਗਦਾ ਕਿ 2022 ਦੀਆਂ ਚੋਣਾਂ ਵੀ ਨੇੜੇ ਆ ਰਹੀਆਂ ਨੇ, ਵੀ ਵੋਟ ਬੈਂਕ ਬਹੁਤ ਵੱਡਾ ਇੱਥੇ, ਜੋ ਸਿਆਸਤਦਾਨ ਨੇ ਉਹਨਾਂ ਨੂੰ ਸਮਝਣਾ ਪੈਣਾ ਹੈ, ਜਾਂ ਫਿਰ ਜੋ ਵਜ਼ੀਰ ਨੇ ਸਮਝਣਾ ਪੈਣਾ ਵੀ ਜੋ ਮੰਗਾਂ ਨੇ ਇਹ ਤਾਂ ਜਾਇਜ਼ ਮੰਗ ਹੈ ਬਿਲਕੁਲ, ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਰੱਬ ਨਾ ਕਰੇ ਐਕਸੀਡੈਂਟ ਵੀ ਹੋਣ, ਮੌਤਾਂ ਵੀ ਹੋ ਸਕਦੀਆਂ ਨੇ, ਤੇ ਉਸ ਤੋਂ ਬਚਣ ਦੇ ਲਈ ਇਹ ਰਸਤਾ ਬਹੁਤ ਜ਼ਰੂਰੀ ਹੈ। ਬਿਲਕੁਲ ਸਹੀ ਗੱਲ ਹੈ ਜੀ, ਲੀਡਰਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ, ਜੋ ਕਿ ਯੂਥ ਹੈ, ਯੂਥ ਦਾ ਵੋਟ ਬੈਂਕ ਸਭ ਤੋਂ ਜ਼ਿਆਦਾ ਵੱਡਾ ਹੈ। ਜਿਸ ਸਾਈਡ ਯੂਥ ਹੋਊਗਾ ਉਸੇ ਸਾਈਡ ਜਿੱਤ ਹੋਊਗੀ, ਇਹ ਤਾਂ ਨਿਯਤ ਹੈ। ਹੁਣ ਜਿਸ ਤਰ੍ਹਾਂ ਅਸੀਂ ਸਿੱਧੂ ਸਾਹਿਬ ਨਾਲ ਵੀ ਇਹੀ ਗੱਲ ਕਰਨੀ ਹੈ, ਸਾਰੇ ਮੰਤਰੀਆਂ ਨਾਲ ਅਸੀਂ ਇਹੀ ਗੱਲ ਕਰਨੀ ਹੈ ਵੀ ਜੇ ਸਾਡੇ ਤੁਸੀਂ ਚੀਜ਼ ਦਾ ਸਾਡੇ ਨਾਲ ਕੋਈ ਨਾ ਕੋਈ ਇਹਦਾ ਕੱਢੂਗੇ ਹੱਲ, ਤਾਂ ਅਸੀਂ ਯੂਥ ਉਹਨਾਂ ਦੇ ਨਾਲ ਖੜਾ, ਨਹੀਂ ਅਸੀਂ ਯੂਥ ਕਿਸੇ ਨਾਲ ਨਹੀਂ, ਅਸੀਂ ਪਿੰਡ 'ਚ ਕੋਈ ਪਾਰਟੀ ਨਹੀਂ ਵੜਨ ਦੇਣੀ ਹੈਗੀ ਜੇ ਸਾਡਾ ਇਹ ਕੰਮ ਨਹੀਂ ਹੋ, ਕਿਉਂਕਿ ਸਭ ਤੋਂ ਜ਼ਿਆਦਾ ਮੇਨ ਇਹ ਹੈ, ਇੱਥੇ ਐਕਸੀਡੈਂਟ ਪ੍ਰੋਨ ਏਰੀਆ ਬਣੂਗਾ, ਜੇ ਇੱਧਰ ਉੱਧਰ ਜਾਓਗੇ ਉੱਥੇ ਪੁਲਿਸ ਵਾਲੇ ਖੜੇ ਹੋਣਗੇ, ਚਲਾਨ ਕੱਟੂਗੇ, ਯੂਥ ਦਾ ਸਾਰਾ ਕੁਝ ਗਲਤ ਹੋਊਗਾ। ਕਿਉਂਕਿ ਹੁਣ 100 ਮੀਟਰ ਜਾਣ ਨਾਲੋਂ ਬੰਦਾ ਕਹਿੰਦਾ ਮੈਂ ਸ਼ਾਰਟਕਟ ਮਾਰ ਲਾਂ, ਸ਼ਾਰਟਕਟ ਜਾਊਗਾ ਤਾਂ ਉੱਥੇ ਚਲਾਨ ਹੋਣਗੇ,
ਐਕਸੀਡੈਂਟ ਹੋਣਗੇ ਤਾਂ ਇੱਥੇ ਬਹੁਤ ਜ਼ਿਆਦਾ ਨੁਕਸਾਨ ਹੋਊਗਾ। ਤਾਂ ਸਾਡੀ ਇਹੀ ਮੰਗ ਹੈ ਕਿ ਸਾਨੂੰ ਰਸਤਾ ਦਿੱਤਾ ਜਾਵੇ, ਕਿਉਂਕਿ ਇਹ ਤਾਂ ਬਣਦਾ ਹੈ, ਇਹ ਕੋਈ ਅਸੀਂ ਨਜਾਇਜ਼ ਮੰਗ ਨਹੀਂ ਕੀਤੀ ਹੈਗੀ, ਸਾਡਾ ਹੱਕ ਹੈ, ਇਹ ਸਾਨੂੰ ਮਿਲਣਾ ਚਾਹੀਦਾ। ਤੇ ਯੂਥ ਹਰ ਪੱਖੋਂ ਇਹਨਾਂ ਦੇ ਨਾਲ ਹੈ, ਪਿੰਡ ਦੇ ਨਾਲ। ਭਾਜੀ ਹੁਣ ਅਗਲੀ ਰਣਨੀਤੀ ਕੀ ਹੈ? ਭਾਜੀ ਇਦਾਂ ਜੀ, ਸਾਡੇ ਪਿੰਡ ਤੋਂ ਇਲਾਵਾ ਮੈਂ ਕੁਝ ਪਿੰਡਾਂ ਦੇ ਨਾਮ ਪੜ੍ਹ ਦਿੰਦਾ। ਪਿੰਡਾਂ ਦੀ ਪੰਚਾਇਤਾਂ ਨੇ ਮਤੇ ਪਾ ਕੇ ਬਕਾਇਦਾ ਮੈਂਬਰ ਪਾਰਲੀਮੈਂਟ ਤੇ ਇੱਥੇ ਦੇ ਐਮਐਲਏ ਜਿਹੜੇ ਬਲਵੀਰ ਸਿੰਘ ਸਿੱਧੂ ਜੀ ਸਿਹਤ ਮੰਤਰੀ ਹੈ, ਉਹਨਾਂ ਨੂੰ ਭੇਜਿਆ। ਪਿੰਡ ਦਾ ਨਾਮ ਹੈ ਬਹਿਲੋਲਪੁਰ, ਰਾਏਪੁਰ, ਝਾਂਪੁਰ, ਤੀਰਾ, ਬਰਮਾਜਰਾ, ਠਸਕਾ, ਮਨਾਣਾ, ਹੁਸੈਨਪੁਰ, ਜੰਡਪੁਰ, ਭਜੌਲੀ, ਇਸ ਤਰ੍ਹਾਂ ਦੇ ਕਈ ਪਿੰਡਾਂ ਨੇ ਸਟੈਂਪ ਲਗਾ ਕੇ ਬਕਾਇਦਾ ਸਾਡੀ ਐਪਲੀਕੇਸ਼ਨਾਂ ਤੇ ਭੇਜਿਆ। ਤੇ ਹੁਣ ਅਸੀਂ ਫਿਰ ਜਦੋਂ LNT ਨਾਲ ਵੀ ਮੀਟਿੰਗ ਹੋ ਗਈ, ਪ੍ਰਸ਼ਾਸਨ ਦੇ ਅਧਿਕਾਰੀ ਨਾਲ ਵੀ ਮੀਟਿੰਗ ਹੋ ਗਈ, ਸਾਨੂੰ ਲੱਗਿਆ ਵੀ ਕਾਰਵਾਈ ਥੋੜੀ ਪੱਕੀ ਹੋ ਜਾਣੀ ਚਾਹੀਦੀ ਹੈ। ਇਹ ਸਾਰੀਆਂ ਪਿੰਡਾਂ ਦੀ ਪੰਚਾਇਤਾਂ ਮੰਤਰੀ ਸਾਹਿਬ ਕੋਲ ਵੀ ਗਈਆਂ ਸੀ 2-3 ਦਿਨ ਪਹਿਲੇ। ਮੰਤਰੀ ਸਾਹਿਬ ਨੇ ਵੀ ਅਫਸਰ ਬੁਲਾਏ ਸੀ ਤੇ ਉਹਨਾਂ ਨੇ ਗਰੰਟੀ ਲਈ ਹੈ ਕਿ ਹਰ ਹਾਲਤ ਵਿੱਚ ਰਸਤਾ ਖੁੱਲੇਗਾ। ਪਰ ਅਸੀਂ ਉਦੋਂ ਤੱਕ ਵਿਸ਼ਵਾਸ ਨਹੀਂ ਕਰਦੇ ਜਦ ਤੱਕ ਸਾਨੂੰ ਰਸਤਾ ਨਹੀਂ ਮਿਲ ਜਾਂਦਾ, ਕੋਈ ਕੰਮ ਤਾਂ ਹੁਣ ਵੀ ਚੱਲ ਰਿਹਾ। ਤੇ ਜੇ ਨਾ ਹੋਇਆ ਤਾਂ ਹਾਈ ਕੋਰਟ ਦੇ ਕੇਸ ਦੀ ਅਸੀਂ ਤਿਆਰੀ ਕੀਤੀ ਹੋਈ ਹੈ। ਮੇਰੇ ਵੱਲੋਂ PL ਜਿਹੜੀ ਕਾਮਨ ਰਿਟ ਪਟੀਸ਼ਨ ਦੀ ਉਹ ਤਿਆਰੀ ਆਪਾਂ ਬਿਲਕੁਲ ਕੀਤੀ ਹੋਈ ਹੈ। ਜਦੋਂ ਸਾਨੂੰ ਲੱਗੇ ਵੀ ਨਹੀਂ ਹੋ ਰਿਹਾ, ਅਸੀਂ ਦੂਜੇ ਦਿਨ ਕੋਰਟ 'ਚ ਕੇਸ ਫਾਈਲ ਕਰ ਲੇਕਿਨ ਬਿਲਕੁਲ ਮੇਰੇ ਖਿਆਲ 'ਚ ਬਿਲਕੁਲ ਜਾਇਜ਼ ਮੰਗ ਹੈਗੀ ਹੈ। ਨਾਲੇ ਇਹ ਵੀ ਨਹੀਂ ਕਿ ਕੰਮ ਅਲੱਗ ਤੌਰ ਤੇ ਸ਼ੁਰੂ ਕਰਨਾ, ਕੰਮ ਲੱਗਿਆ ਹੋਇਆ ਹੈ ਤੇ ਸਿਰਫ ਇੱਕ ਰਸਤਾ ਕੱਢਣਾ ਹੈ। ਤੇ ਜੇ ਰਸਤਾ ਉਹ ਖਮਾਣੋਂ ਨਿਕਲ ਸਕਦਾ ਹੈ, ਜੇ ਰਸਤਾ ਉਹ ਮੁੱਲਾਂਪੁਰ ਗਰੀਬਦਾਸ ਨਿਕਲ ਸਕਦਾ ਹੈ, ਫਿਰ ਇੱਥੇ ਰਸਤਾ ਕਿਉਂ ਨਹੀਂ ਨਿਕਲ ਸਕਦਾ? ਨਾਲ ਦੂਜੀ ਗੱਲ ਹੋਰ, ਜਿਵੇਂ ਨੌਜਵਾਨਾਂ ਨੇ ਵੀ ਕਿਹਾ ਹੈ ਕਿ ਇੱਥੇ 1 ਜਾਂ 2 ਪਿੰਡ ਨਹੀਂ, ਕਈ ਪਿੰਡ ਨੇ, ਲੱਖਾਂ ਦੀ ਗਿਣਤੀ ਵਿੱਚ ਇੱਥੇ ਵੋਟ ਬੈਂਕ ਹੈਗਾ ਤੇ 2022 ਦੀਆਂ ਚੋਣਾਂ ਵੀ ਨੇੜੇ ਨੇ। ਜੇਕਰ ਮੰਗ ਨਾ ਮੰਨੀ ਗਈ, ਜਾਇਜ਼ ਮੰਗ ਹੈ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜਾਨ ਤੇ ਵੀ ਬਣ ਸਕਦੀ ਹੈ, ਕਈਆਂ ਦੀ ਜਾਨ ਖਤਰੇ ਵਿੱਚ ਪੈ ਸਕਦੀ ਹੈ। ਜੇਕਰ ਰਸਤਾ ਨਾ ਬਣਾਇਆ ਗਿਆ ਤਾਂ ਕਿਸੇ ਵੀ ਸਿਆਸੀ ਪਾਰਟੀ ਨੂੰ ਇਸ ਰਸਤੇ ਤੋਂ ਜਿੰਨੇ ਵੀ ਪਿੰਡ ਪੈਂਦੇ ਹੈ ਵੜਨ ਨਹੀਂ ਦਿੱਤਾ ਜਾਵੇਗਾ। ਇਹ ਤੁਸੀਂ ਮਤਲਬ ਕਹਿ ਲਓ ਵੀ ਇੱਕ ਵਾਰਨਿੰਗ ਦੇ ਤੌਰ ਤੇ ਜਾਂ ਇੱਕ ਨਾਰਮਲ ਗੱਲ ਕਹੀ ਗਈ ਹੈ। ਤੇ ਹੁਣ ਸਿਆਸਤਦਾਨਾਂ ਦੇ ਹੱਥ ਵਿੱਚ ਹੈ ਕਿ ਉਹ ਚਾਹੁੰਦੇ ਕੀ ਨੇ, ਵੋਟ ਬੈਂਕ ਚਾਹੁੰਦੇ ਨੇ ਜਾਂ ਫਿਰ ਕੁਝ ਹੋਰ। ਕੈਮਰਾ ਪਰਸਨ ਮਨੋਜ ਦੇ ਨਾਲ ਠਾਕੁਰ ਅਮਨਦੀਪ ਸਿੰਘ, ਦ ਖਬਰਸਾਰ, ਦੌਂ।